ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਕਹਾਂ ਬੁੱਧ ਪ੍ਰਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ। ਸ਼ੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ। ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ। ਮੇਰਾ ਗੋਵਿੰਦ ਅਲਖ ਅਪਾਰ ਜੀਓ। ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੈ। ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤੁਧ ਆਖ ਵਖਾਣੈ। ਜਿਸਨੂੰ ਨਜ਼ਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ। ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ। ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਇਸ ਪਾਵਨ ਅਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਇਸ ਦੇ ਤਹਿਤ ਪਾਵਨ ਸ਼ਬਦ ਜੋ ਵਿਚਾਰ ਅਧੀਨ ਹੈ। ਇਹ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ੰਤ ਰੂਪ ਵਿੱਚ ਹੈ। ਔਰ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 448 ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਦੇ ਨੇ ਕਿ ਮੇਰਾ ਉਹ ਵਾਹਿਗੁਰੂ ਪਰਮਾਤਮਾ ਸਭ ਨਾਲੋਂ ਵੱਡਾ ਹੈ, ਜਿਸ ਨੇ ਇਹ ਸਾਰੇ ਬ੍ਰਹਿਮੰਡ ਨੂੰ ਪ੍ਰਕਾਸ਼ਿਤ ਕੀਤਾ ਹੈ, ਸਾਜਨਾ ਕੀਤਾ ਹੈ, ਸਹਾਰਾ ਦਿੱਤਾ ਹੈ। ਵਾਹਿਗੁਰੂ ਨਿਰੰਕਾਰ ਸਾਡੇ ਮਨ ਦੀ ਗਮਤਾ ਤੋਂ ਵੀ ਪਰੇ ਹੈ, ਸਾਡੇ ਸਰੀਰ ਦੇ ਇੰਦਰੀਆਂ ਦੀ ਪਕੜ ਤੋਂ ਵੀ ਪਰੇ ਹੈ।
ਸਾਰਿਆਂ ਦਾ ਆਦਿ ਹੈ, ਮਾਇਆ ਦੀ ਕਾਲਬ ਤੋਂ ਰਹਿਤ ਹੈ ਔਰ ਉਸ ਦਾ ਕੋਈ ਚੱਕਰ ਚੇਨ ਨਹੀਂ ਹੈ। ਪਾਤਸ਼ਾਹ ਕਹਿੰਦੇ ਕੋਈ ਵੀ ਮਨੁੱਖ ਕਿੰਨਾ ਵੀ ਸਿਆਣਾ ਹੋ ਜਾਵੇ, ਕਿੰਨਾ ਵੀ ਗਿਆਨਵਾਨ ਹੋ ਜਾਵੇ, ਵਾਹਿਗੁਰੂ ਦੀਆਂ ਵਡਿਆਈਆਂ ਦਾ ਅੰਤ ਨਹੀਂ ਪਾ ਸਕਦਾ। ਪਰਮਾਤਮਾ ਬੇਅੰਤ ਹੈ। ਤੇ ਪਾਤਸ਼ਾਹ ਜੀ ਫਰਮਾਨ ਕੀਤਾ ਹੈ, ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਹਰ ਇੱਕ ਜਰੇ ਵਿੱਚ ਵਸਦਾ ਹੋਇਆ ਦਿਖਾਈ ਦਿੱਤਾ ਹੈ। ਤੇ ਉਹਨਾਂ ਨੇ ਵੀ ਇਹ ਆਪਣੀ ਰਸਨਾ ਤੋਂ ਕਹਿਣਾ ਕੀਤਾ ਹੈ ਕਿ ਵਾਹਿਗੁਰੂ ਤੇਰਾ ਕੋਈ ਅੰਤ ਨਹੀਂ ਹੈ, ਤੂੰ ਬੇਅੰਤ ਹੈ, ਪਰੇ ਤੋਂ ਪਰੇ ਹੈ। ਸਹਿ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਅਖੀਰ ਵਿੱਚ ਫਰਮਾਨ ਕਰਦੇ ਨੇ, ਵਾਹਿਗੁਰੂ ਤੂੰ ਸਾਰਾ ਕੁਝ ਬਣਾਉਣ ਵਾਲਾ ਹੈ, ਸਾਰੇ ਕੁਝ ਨੂੰ ਸਾਜਣ ਵਾਲਾ ਹੈ। ਸਾਜਣ ਵਾਲਾ ਹੀ ਨਹੀਂ ਬਲਕਿ ਸਾਰਾ ਕੁਝ ਤੇਰੇ ਹੁਕਮ ਦੇ ਵਿੱਚ ਚੱਲਦਾ ਹੈ। ਜਿਵੇਂ ਜਿਵੇਂ ਤੇਰਾ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਸ੍ਰਿਸ਼ਟੀ ਦੇ ਜੀਵ ਕਿਰਤ ਕਰਦੇ ਨੇ। ਜਿਵ ਜਿਵ ਹੁਕਮ ਤਿਵੈ ਤੇ ਵਿਕਾਰ, ਵੇਖੈ ਵਿਖਸੈ ਕਰ ਵਿਚਾਰ। ਸੋ ਸਹਿ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰੀਏ। ਸਤਿਗੁਰੂ ਮਹਿਰਾਮਤ ਕਰਨ ਆਪ ਵਿੱਚ ਵਰਤ ਕੇ ਆਪਣੀ ਇਸ ਪਾਵਨ ਬਾਣੀ ਦੀ ਵਿਚਾਰ ਆਪ ਹੀ ਕਰਵਾ ਲੈਣ। ਸਹਿ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ, ਆਸਾ ਮਹੱਲਾ ਚੌਥਾ ਸ਼ੰਤ। ਆਸਾ ਰਾਗ ਦੇ ਵਿੱਚ ਇਹ ਜਿਹੜਾ ਸ਼ਬਦ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ। ਸ਼ੰਤ ਇਹ ਸ਼ਬਦ ਜਿਹੜਾ ਹੈ ਸ਼ੰਤ ਰੂਪ ਦੇ ਵਿੱਚ ਹੈ। ਸਹਿ ਸੱਚੇ ਪਾਤਸ਼ਾਹ ਜੀ ਫਰਮਾਨ ਕੀਤਾ ਹੈ, ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ। ਵਾਹਿਗੁਰੂ ਪਰਮਾਤਮਾ ਵੱਡਾ ਹੈ, ਵੱਡਾ ਸਾਹਿਬ, ਊਚਾ ਥਾਂ, ਊਚੇ ਉਪਰ ਊਚਾ ਨਾਉ। ਏਵੜ ਊਚਾ ਹੋਵੇ ਕੋਏ ਤੇ ਸੂਚੇ ਕੋ, ਜਾਣੈ ਸੋਏ ਜੇਵੜ ਆਪ ਤੇਵੜ ਤੇਰੀ ਦਾਤ। ਜਿਨ ਦਿਨ ਕਰਕੇ ਕੀਤੀ ਰਾਤ। ਜਿਹੜਾ ਵੱਡਾ ਉਹ ਆਪ ਹੈ, ਓਡੀਆਂ ਵੱਡੀਆਂ ਬਖਸ਼ਿਸ਼ਾਂ ਕਰਦਾ ਹੈ, ਵੱਡਾ ਹੈ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਹੇ ਵਾਹਿਗੁਰੂ ਤੇਰਾ ਕਿੱਡਾ ਕੁ ਵੱਡਾ ਇਹ ਵਿਸਤਾਰ ਕੀਤਾ ਹੋਇਆ ਹੈ, ਇਹ ਅੰਤ ਨਹੀਂ ਹੈ। ਵੱਡਾ ਹੈ ਮਾਲਕ, ਉਸਨੇ ਜੋ ਕੁਝ ਬਣਾਇਆ ਇਹ ਵੀ ਬੇਅੰਤ ਵੱਡਾ, ਇਹਦਾ ਵੀ ਅੰਤ ਨਹੀਂ। ਉਸ ਵਾਹਿਗੁਰੂ ਦਾ ਨਾ ਅੰਤ ਹੈ, ਨਾ ਉਹਦੀ ਰਚਨਾ ਦਾ ਅੰਤ ਹੈ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਦੀ ਧਰਤੀ 'ਤੇ ਗਏ ਹਨ, ਇਤਿਹਾਸ ਤੋਂ ਆਪ ਸੰਗਤਾਂ ਵਾਕਫ ਹੋ। ਜਦੋਂ ਉਹ ਪੀਰ ਆਇਆ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆ ਕੇ ਕਹਿਣਾ ਕੀਤਾ ਸੀ, ਤੁਸੀਂ ਕੁਫਰ ਤੋਲਿਆ ਹੈ। ਜੋ ਕਿ ਮੁਹੰਮਦ ਸਾਹਿਬ ਨੇ 14 ਤਬਕਾਂ ਦੀ ਗੱਲ ਕੀਤੀ, 14 ਲੋਕਾਂ ਦੀ ਗੱਲ ਕੀਤੀ ਹੈ। ਤੁਸੀਂ ਲੱਖਾਂ ਹੀ ਆਖਿਆ ਹੈ। ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹਦੇ ਵਿੱਚ ਫਿਰ ਤੁਹਾਨੂੰ ਕੀ ਦੁਵਿਧਾ ਹੈ। ਕਹਿਣ ਲੱਗਾ, ਜੀ ਤੁਸੀਂ ਲੱਖਾਂ ਦੀ ਗੱਲ ਕੀਤੀ ਹੈ, ਮੁਹੰਮਦ ਸਾਹਿਬ ਸਾਡੇ ਪੈਗੰਬਰ 14 ਤਬਕਾਂ ਦੀ 14 ਲੋਕਾਂ ਦੀ ਗੱਲ ਕੀਤੀ ਹੈ। ਤੇ ਹਿੰਦੂ ਧਰਮ ਦੇ ਵਿੱਚ 3 ਲੋਕਾਂ ਦੀ ਗੱਲ ਹੈ। ਮਹਾਰਾਜ ਕੋਈ ਇੱਕ ਸੱਚ ਹੋ ਸਕਦਾ ਹੈ,
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸਾਰੇ ਹੀ ਸੱਚ ਹਨ। ਤਾਂ ਪੀਰ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਦਾਂ ਹੈ, ਜਿਸ ਨੇ 3 ਲੋਕ ਵੇਖੇ ਉਹਨੇ 3 ਲੋਕਾਂ ਦੀ ਗੱਲ ਕੀਤੀ, ਉਹ ਆਪਣੀ ਥਾਂ ਤੇ ਠੀਕ ਹੈ। ਤੇ ਜਿਸ ਨੇ 14 ਲੋਕ ਵੇਖੇ ਨੇ ਉਹਨੇ 14 ਲੋਕਾਂ ਦੀ ਗੱਲ ਕੀਤੀ, ਗਲਤ ਉਹ ਵੀ ਨਹੀਂ, ਉਹ ਵੀ ਆਪਣੀ ਥਾਂ ਤੇ ਠੀਕ ਹੈ, ਕਿਉਂਕਿ ਉਹਨੇ ਜੋ ਦੇਖਿਆ ਉਹ ਕਹਿਣਾ ਕੀਤਾ ਹੈ। ਪਾਤਸ਼ਾਹ ਜੀ ਕਹਿੰਦੇ ਅਸੀਂ ਉਸ ਵਾਹਿਗੁਰੂ ਦੇ ਬਣਾਏ ਹੋਏ ਲੱਖਾਂ ਪਾਤਾਲ ਆਕਾਸ਼ ਵੇਖੇ ਨੇ, ਗਿਣਤੀ ਹੀ ਨਹੀਂ ਹੈ। ਤਾਂ ਉਹ ਕਹਿੰਦਾ ਵੀ ਮੈਨੂੰ ਦਿਖਾਓ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਚਲੋ। ਕਹਿਣ ਲੱਗਾ ਮੇਰੇ ਬੇਟੇ ਨੂੰ ਲੈ ਜਾਓ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਸਾਰਾ ਹਵਾਲਾ ਦਿੱਤਾ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੇ ਬੇਟੇ ਨੂੰ ਲੈ ਕੇ ਗਏ। ਭਾਈ ਗੁਰਦਾਸ ਜੀ ਕਹਿੰਦੇ ਲੱਖ ਪਾਤਾਲਾਂ ਲਾ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਅੱਖ ਫਰਕਣ ਦੇ ਸਮੇਂ ਵਿੱਚ ਉਹਨੂੰ ਦਿਖਾਣਾ ਕੀਤਾ, ਵੇਖੋ। ਤਾਂ ਇਸ ਤਰ੍ਹਾਂ ਪਾਤਸ਼ਾਹ ਜੀ ਕਹਿਣ ਲੱਗੇ ਵਾਹਿਗੁਰੂ ਦਾ ਇਸ ਬਣਾਇਆ ਹੋਇਆ ਜੋ ਕੁਝ ਵੀ ਹੈ ਇਹਦਾ ਕੋਈ ਅੰਤ ਨਹੀਂ, ਪਤਾ ਨਹੀਂ ਕਿੰਨਾ ਕੁਝ ਬਣਾਇਆ ਹੋਇਆ ਹੈ। ਜਪਜੀ ਸਾਹਿਬ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਪਾਤਾਲਾਂ ਪਾਤਾਲ ਲੱਖ ਆਗਾਸਾਂ, ਆਗਾਸ ਓੜਕ ਓੜਕ ਭਾਲ ਤਕੇ ਵੇਦ ਕਹਿ ਨਿਗਵਾਤ। ਉਹ ਵਾਹਿਗੁਰੂ ਵੱਡਾ ਹੈ, ਬੇਅੰਤ ਹੈ। ਉਹ ਕਿਵੇਂ ਵੱਡਾ ਹੈ, ਕਿਵੇਂ ਪਤਾ ਲੱਗੇ? ਉਹਦੀ ਰਚਨਾ ਨੂੰ ਵੇਖ ਕੇ ਪਤਾ ਲੱਗਦਾ ਹੈ, ਕੰਮ ਨੂੰ ਵੇਖ ਕੇ ਪਤਾ ਲੱਗਦਾ ਬੰਦਾ ਕਿੰਨਾ ਗੁਣੀ ਹੈ। ਜਿਵੇਂ ਕੋਈ ਹਲਵਾਈ ਹੈ, ਉਹ ਮਠਿਆਈਆਂ ਤਿਆਰ ਕਰਦਾ ਹੈ, ਉਹ ਲੰਗਰ ਪ੍ਰਸ਼ਾਦਾ ਬਣਾਉਂਦਾ ਹੈ, ਉਹਦੇ ਕੰਮ ਤੋਂ ਪਤਾ ਲੱਗ ਜਾਂਦਾ ਵੀ ਇਹ ਕਿੰਨੇ ਕੁ ਗੁਣ ਵਾਲਾ ਹੈ। ਕੋਈ ਕੋਠੀ ਬਣਾਉਂਦਾ ਹੈ, ਮਿਸਤਰੀ ਬੜੇ ਹਨ, ਪਰ ਕੋਈ ਮਿਸਤਰੀ ਐਸਾ ਹੁੰਦਾ ਉਹਦੇ ਬਣਾਏ ਹੋਏ ਕੰਮ ਨੂੰ ਹਰ ਕੋਈ ਸਲਾਹੁੰਦਾ ਵੀ ਇਹ ਮਿਸਤਰੀ ਬਹੁਤ ਵਧੀਆ, ਇਹਨੇ ਬੜਾ ਵਧੀਆ ਕੰਮ ਕੀਤਾ ਹੈ। ਕਿਰਤ ਨੂੰ ਵੇਖ ਕੇ ਕਰਤੇ ਦੇ ਬਾਰੇ ਪਤਾ ਚੱਲਦਾ ਵੀ ਕਰਤਾ ਕਿੰਨੇ ਕੁ ਗੁਣਾਂ ਵਾਲਾ ਹੈ। ਕਿਰਤ ਨੂੰ ਵੇਖ ਕੇ, ਕੰਮ ਨੂੰ ਵੇਖ ਕੇ। ਇਸੇ ਤਰ੍ਹਾਂ ਵਾਹਿਗੁਰੂ ਦੀ ਇਹ ਸਾਰੀ ਕਿਰਤ ਨੂੰ ਵੇਖ ਕੇ ਪਤਾ ਲੱਗਦਾ ਵੀ ਉਹ ਕਿੰਨਾ ਵੱਡਾ। ਵੇਖੋ ਕੈਸਾ ਕੁਝ ਉਹਨੇ ਬਣਾ ਸੱਜਿਆ ਹੈ। ਭਗਤ ਰਵਿਦਾਸ ਜੀ ਆਪਣੀ ਬਾਣੀ ਵਿੱਚ ਲਿਖਦੇ ਨੇ ਬਈ ਮਨੁੱਖ ਦਾ ਸਰੀਰ ਹੈ ਤਾਂ ਮਿੱਟੀ ਦਾ ਪੁਤਲਾ, ਪਰਮਾਤਮਾ ਕੈਸਾ ਕਾਰੀਗਰ ਹੈ। ਵੇਖੋ ਮਨੁੱਖ ਵੀ ਮੂਰਤੀਆਂ ਬਣਾਉਂਦਾ ਹੈ। ਮਨੁੱਖ ਨੇ ਵੀ ਕਲਬੂਤ ਬਣਾਏ ਨੇ, ਬੜੀਆਂ ਬੜੀਆਂ ਮੂਰਤੀਆਂ, ਸਟੈਚੂ ਬਣਾਏ ਨੇ, ਪਰ ਉਹਦੇ ਵਿੱਚ ਜਾਨ ਨਹੀਂ ਪਾ ਸਕਿਆ। ਪਾਤਸ਼ਾਹ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ। ਭਗਤ ਰਵਿਦਾਸ ਜੀ ਕਹਿੰਦੇ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌਰਿਓ ਫਿਰਤ ਹੈ। ਇਹ ਕੈਸਾ ਕਾਰੀਗਰ ਹੈ ਵਾਹਿਗੁਰੂ। ਵੇਖੋ ਕੈਸੀ ਰਚਨਾ ਬਣਾ ਦਿੱਤੀ। ਵੱਡਾ ਮੇਰਾ ਗੋਬਿੰਦ ਉਹ ਵੱਡਾ ਹੈ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਕਿਸੇ ਮਨੁੱਖ ਦੀ ਕੋਠੀ ਨੂੰ ਵੇਖ ਕੇ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਪੈਸਾ ਇਹਦੇ ਕੋਲ, ਕਿੰਨਾ ਕੁ ਸੰਪਦਾ ਹੋਵੇਗੀ। ਟੁੱਟੀ ਹੋਈ ਝੌਂਪੜੀ ਵਿੱਚ ਰਹਿਣ ਦਾ ਪਤਾ ਲੱਗ ਜਾਂਦਾ ਵੀ ਇਹਦੇ ਪੱਲੇ ਕੋਈ ਜ਼ਮੀਨ ਜਾਇਦਾਦ ਨਹੀਂ ਹੈ, ਕੋਈ ਬਹੁਤੀ ਵੱਡੀ ਪਾਇਆਂ ਦਾ ਮਾਲਕ ਨਹੀਂ ਹੈ। ਤਾਂ ਇਸੇ ਤਰ੍ਹਾਂ ਇਹ ਵਾਹਿਗੁਰੂ ਦੀ ਰਚਨਾ ਨੂੰ ਵੇਖ ਕੇ ਪਤਾ ਲੱਗਦਾ ਵੀ ਵਾਹਿਗੁਰੂ ਕਿੱਡਾ ਵੱਡਾ ਹੈ। ਆਪਾਂ ਬਾਣੀ ਵਿੱਚ ਪੜ੍ਹਤਾ ਵੱਡਾ ਮੇਰਾ ਸਾਹਿਬ, ਵੱਡਾ ਸਾਹਿਬ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ। ਪਰ ਵੱਡਾ ਕਿਵੇਂ ਹੈ ਪਤਾ ਲੱਗੇਗਾ ਉਹਦੀ ਰਚਨਾ ਵੱਲ ਜਦੋਂ ਝਾਤੀ ਮਾਰਾਂਗੇ।
सतगुरु गुरु नानक पातशाह जी कहते वेखो वाहिगुरु ने रचना रची है। आसन लोए लोए भंडार जो किछ पाया सो एका वार। इक्को वारी जो कुछ पाना सी इक्को वारी पाता, खत्म ही नहीं हुंदा। किन्ने जुग बीत गए धरती साजी हुई नूं, किन्ने पता नहीं जीव आए चले गए। ना पानी मुक्या है ना ऑक्सीजन मुक्की है। इत्थे डॉक्टर कोई बंदा बीमार होवे ऑक्सीजन लाउण कहते मुक गई है, दूजा लियाओ सिलेंडर। वाहिगुरु परमात्मा ने जो कुछ बनाया है बेअंत बनाया है। ये रचना नूं वेख के पता लगता भी वो केडा वड्डा है। तां महाराज कह दिता वड्डा मेरा गोविंद। गो नाम है धरती का, विंद नाम आसरे का भी है, विंद नाम प्रकाश का भी है, विंद नाम जानन का भी है। जो वाहिगुरु निरंकार ये सारी धरती नूं प्रकाश दे रहा है। सब में जोत जोत है सोए, तिसदे चानण सब में चानण होए। वाह ये सारे कुछ नूं आसरा भी उन्हें दिता होया है। साडा ये शरीर काया आपां नूं भरम है कि असी तुरे फिरदे हाँ, अपने बल करके तुरे फिरदे हाँ। गुरमुखो ये उस जोत करके शरीर चल रहा है। वाहिगुरु की जोत जिस दिन शरीर विचों चली गई, जोत खिंचै ढह ढेरी होए। बाणी विच महाराज कहता जदों वाहिगुरु अपनी जोत खिंच लैंदा विचों, शरीर उही है मिट्टी की ढेरी बन जाता है। ऐसा वो वाहिगुरु निरंकार सारिਆਂ ਨੂੰ जिसने आसरा दिता है, सारिਆਂ बारे जानदा भी है। अगम अगोचर, अगम अगोचर ये शब्द बाणी में तुसी बहुत वारी सुनोगे। अगम दा भी अर्थ है जिस दा अंत नहीं लिया जा सकता। अगोचर का भी ये अर्थ है, पर ये फर्क है। जिहड़ा अगम शब्द वरतिया है वो मन वास्ते वरतिया है। जिहड़ा अगोचर शब्द है वो साडे शरीर वास्ते है, साडी बॉडी वास्ते है। वेखो साडा मन भी बहुत कुछ जानता है। मन की अपनी दुनिया है और तन की अपनी है। वाहिगुरु परमात्मा ना तो साडे मन की पकड़ विच आउंदा है ते ना साडे शरीर दे जिहड़े इंद्रे ने अगोचर, जो साडे शरीर दे इंद्रे हैं अखां, रसना, कन, चमड़ी इत्यादि, नासका आदि के सारे इंद्रे। आपां नासका द्वारा सुगंधी का पता लगता है, फुल्लां विचों सुगंधी आ रही है। परमात्मा के नाम विच भी सुगंधी है। जिन्नी मर्जी आपां सूंघ लईए पर आपां ये नहीं कह सकते बस यही एदांत है। कन्ना द्वारा आपां कुछ सुनीए आपां कहते हैं बस ये कोई शब्द सुनिया, कुछ ऐसा सुनिया बाहरों शब्द का भाव है, कोई दुनिया का बोल, कोई ऐसी मनुख कहता भी ये दुनिया के जिहड़े शब्द ने, दुनिया के जिहड़े बोल ने, इन्हां दा रस इन्ना की है। अखां ने कुछ वेखिया ते कहता भी मैं वो चीज़ बारे जानदा, मैं उहनूं चंगी तरह वेखिया होया है। वाहिगुरु परमात्मा साडे आपां उहदा नाम जपीए, सानूं उहदे नाम का रस आवे भी, पर वो फिर भी साड़ी पकड़ तो बाहर है। साडे इंद्रे उन्होंने समग्र तौर पर पकड़ नहीं सकते। आद सारियां दा मुੱਢ है निरंजन, माया जी कालक तो रहत है निरअंजन। दो शब्दों की संधि नाल शब्द बनता है निरअंजन। अंजन नाम है कालक दा। वाहिगुरु जो माया की कालक तो रहत है, निरंकार ओदा कोई आकार नहीं है। चक्र चेन अर बरन, जात अर पात नैन जी, रूप रंग अर रेख पे को कह न सकत के।
ऐसा वो वाहिगुरु निरंकार जी है, तांगी गत कही ना जाई। अमित वडियाई मेरा गोबिंद अलख अपार जियो। वाहिगुरु की जिहड़ी गत है, अवस्था है, हालत है, वो बयान नहीं की जा सकती। ਉਹਦੀ ਵਡਿਆਈ ਅਮਿਣਵੀਂ ਹੈ, ਮਿਣੀ नहीं जा सकती। जिस समय धन गुरु नानक देव जी महाराज सुमेर पर्वत ते गए, सिद्ध पुरुषों ने गुरु नानक पातशाह जी के उपर कई सवाल किए। तुसी सिद्ध गोष्ठ की बाणी पढ़ो, श्री गुरु ग्रंथ साहिब महाराज जी के अंदर सिद्ध गोष्ठ की बाणी की है। सिद्धां वल्लों गुरु नानक ते कीते हुए सवाल ने सारे, तो गुरु नानक पातशाह जी उन्होंने जवाब देंदे ने। बाणी पढ़ो, कैसे कैसे सवाल करते हैं। वो होर भी बहुत सारे शब्द ने। तो सतगुरु गुरु नानक देव महाराज जी ते एक सवाल वो ये भी करते हैं कि परमात्मा का कोई अंत लै सकिया है। पातशाह जी कहते परमात्मा का कोई अंत नहीं लै सकिया। फिर काफ़ी समा लंघ गया, सवाल होर करते रहे। भुला के ना फिर मुड़ के वो सवाल करन भी किसी तरह गुरु नानक देव जी साढ़े सवालों में फस जान। फिर कह लगे कि महाराज वाहिगुरु का किसी ने अंत लिया है। पहला सतगुरु जी कहते कि वाहिगुरु का कोई अंत नहीं लै सकता। फिर जो दूजी बार पूछा काफ़ी समय बाद, महाराज कहते हाँ वाहिगुरु का अंत है। सिद्ध कहते हैं ताड़ी मार के सारे खिड़खड़ा के हस पे, गुरु नानक साढ़े सवाल में फस गया है। पहला कहा है भी अंत नहीं है, वाहिगुरु का कोई अंत नहीं ले सकता। दूजी बारी कहता भी अंत है, तो कह लगे तुसी पहला कहा वाहिगुरु का कोई अंत नहीं लै सकता, हुण आपे ही कहते हो वाहिगुरु का अंत है। सानू दसो किवें वाहिगुरु का अंत की है। पहला कहा अंत नहीं है, हुण कहते हो अंत है। की है अंत वाहिगुरु का दसो। सतगुरु जपजी साहिब दे विच उहदा जिक्र कीता है, अंत ना सिवती कहण ना अंत, अंत ना करना देण ना अंत, अंत ना वेखण सुनन ना अंत, अंत ना जापै क्या मन मंत, अंत ना जापै कीता आकार, अंत ना जापै पारावार, अंत कारण केते बिल लाए ताके अंत ना पाए जाए, इहो अंत ना जाने कोई। महाराज कहते वाहिगुरु का यही अंत है कि उसका कोई अंत नहीं है। वाहिगुरु का अंत की है कि वाहिगुरु का कोई अंत नहीं। वो ऐसा बेअंत वाहिगुरु निरंकार है, ਉਹਦੀ ਵਡਿਆਈ ਅਮਿਣਵੀਂ ਹੈ। ਕਿਸੇ ਵੀ ਤਰ੍ਹਾਂ ਉਹਦੀ ਵਡਿਆਈ ਨੂੰ ਮਿਣਿਆ ਨਹੀਂ ਜਾ ਸਕਦਾ। ਮੇਰਾ ਗੋਬਿੰਦ ਉਹ ਮੇਰਾ ਮਾਲਕ ਵਾਹਿਗੁਰੂ ਜੋ ਸਾਰੀ ਧਰਤੀ ਨੂੰ ਸਹਾਰਾ ਦੇਣ ਵਾਲਾ ਹੈ, ਜਾਣਨ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ। ਅਲਖ ਅਪਾਰ ਜਿਉ, ਅਲਖ ਜਿਹਨੂੰ ਲਖਿਆ ਨਾ ਜਾਵੇ, ਜਾਣਿਆ ਨਾ ਜਾਵੇ। ਅਪਾਰ ਜਿਹਦਾ ਪਾਰਲਾ ਪਾਸਾ ਨਹੀਂ ਲੱਭਦਾ, ऐसा वो वाहिगुरु जी वो है। गोविंद अलख अपार अपरंपर आप अपना जाने। वाहिगुरु निरंकार गोविंद अलख अपार सारी धरती नूं साजण वाला, सहारा देने वाला, प्रकाश देने वाला। अलख जिन्हों लखिया नहीं जा सकता, जिहदा पारला पासा नहीं है। अपरंपर परे तो परे है। आप अपना जाने कि ओदा कोई जानदा है अंत। महाराज कहते नहीं भाई वाहिगुरु आप ही जानता है, अपने बारे वो आप ही जानता है। क्या ये जंत विचारे कही है जो तुद आख बखान है। ये जंत विचारे जीव विचारे की इन्हां दी की पाया कि वाहिगुरु तेरा अंत लै सकन। क्या ये जंत विचारे कही है जो तुद आख वखाण है। जो तेरी सिफत सलाह करते ने, वडियाई करते ने, ये विचारे हैं, इन्हां दी कोई पाया नहीं भी तेरा अंत लै लैन। जिसनों नदर करे तू अपनी सो गुरमुख करे विचार जियो। वाहिगुरु जिहदे ते तू अपनी नदर करदा है
ਉਹ ਗੁਰੂ ਦੁਆਰਾ ਗੁਰੂ ਦੀ ਮੱਤ ਲੈ ਕੇ ਤੇਰੇ ਨਾਮ ਦੀ ਵਿਚਾਰ ਕਰਦਾ ਹੈ, ਭਾਵ ਸਿਫਤ ਸਲਾਹ ਵਿੱਚ ਜੁੜਦਾ ਹੈ। ਵੱਡਾ ਮੇਰਾ ਗੋਬਿੰਦ ਅਗੰਮ ਗੋਚਰ ਆਦ ਨਿਰੰਜਨ ਨਿਰੰਕਾਰ ਜੀਓ, ਮੇਰਾ ਉਹ ਮਾਲਕ ਵੱਡਾ ਹੈ ਗੋਬਿੰਦ, ਧਰਤੀ ਨੂੰ ਆਸਰਾ ਸਹਾਰਾ ਚਾਨਣ ਦੇਣ ਵਾਲਾ। ਅਗਮ ਜੋ ਸਾਡੇ ਮਨ ਦੀ ਗਮਤਾ ਤੋਂ ਪਰੇ ਹੈ, ਅਗੋਚਰ ਸਾਡੇ ਸਰੀਰ ਦੇ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਸਾਰਿਆਂ ਦਾ ਆਦ ਹੈ, ਮਾਇਆ ਦੀ ਕਾਲਕ ਤੋਂ ਰਹਿਤ ਹੈ, ਨਿਰੰਜਨ ਨਿਰੰਕਾਰ ਜੀਓ, ਨਿਰੰਕਾਰ, ਉਹਦਾ ਕੋਈ ਆਕਾਰ ਨਹੀਂ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੁਸੀਂ ਬਚਨ ਪੜ੍ਹਦੇ ਹੋ ਰੋਜ਼, ਨਿਰੰਕਾਰ ਨਿਰਵਿਕਾਰ ਨਿਰਲੰਭ, ਆਦ ਅਨੀਲ ਅਨਾਦ ਸੰਭ। ਵਾਹਿਗੁਰੂ ਆਕਾਰ ਤੋਂ ਰਹਿਤ ਹੈ, ਨਿਰੰਕਾਰ ਨਿਰਵਿਕਾਰ, ਉਹਦੇ ਵਿੱਚ ਕੋਈ ਵਿਕਾਰ ਨਹੀਂ ਹੈ। ਆਪਣੇ ਜੀਵਨ ਵਿੱਚ, ਸਾਡੇ ਇਸ ਸਰੀਰਕ ਜੀਵਨ ਵਿੱਚ ਬੜੇ ਵਿਕਾਰ ਨੇ, ਕਈ ਤਰ੍ਹਾਂ ਦੇ ਵਿਕਾਰ ਦੋਸ਼ ਨੇ, ਵਾਹਿਗੁਰੂ ਦੇ ਵਿੱਚ ਕੋਈ ਵਿਕਾਰ ਨਹੀਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਕਿਸੇ ਆਸਰੇ ਦੀ ਵੀ ਲੋੜ ਨਹੀਂ, ਨਿਰਲੰਭ ਭਾਵ ਜਿਹਨੂੰ ਕਿਸੇ ਆਸਰੇ ਦੀ ਲੋੜ ਨਹੀਂ। ਸਾਨੂੰ ਆਸਰਾ ਚਾਹੀਦਾ ਹੈ, ਸਾਡੇ ਇਸ ਸਰੀਰ ਨੂੰ ਆਕਸੀਜਨ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਰੋਟੀ ਚਾਹੀਦੀ ਹੈ। ਕਈ ਸਹਾਰੇ ਨੇ, ਇੱਕ ਸਹਾਰਾ ਵੀ ਖੁੱਸ ਲਿਆ ਜਾਵੇ ਸਰੀਰ ਦਾ ਜੀਵਨਾ ਔਖਾ ਹੋ ਜਾਵੇਗਾ। ਵਾਹਿਗੁਰੂ ਨਿਰੰਕਾਰ ਆਕਾਰ ਤੋਂ ਰਹਿਤ ਹੈ, ਤੂੰ ਆਦ ਪੁਰਖ ਅਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀ। ਵਾਹਿਗੁਰੂ ਤੂੰ ਸਾਰਿਆਂ ਦਾ ਆਦ ਹੈ, ਪੁਰਖ ਸਾਰਿਆਂ ਵਿੱਚ ਪੂਰਿਆ ਹੋਇਆ, ਅਪਰੰਪਰ ਪਰੇ ਤੋਂ ਪਰੇ ਹੈ, ਸਾਰਿਆਂ ਦਾ ਕਰਤਾ ਹੈ, ਤੇਰਾ ਪਾਰ ਨਾ ਪਾਇਆ ਜਾਏ ਜੀ। ਤੇਰਾ ਪਾਰਲਾ ਬੰਨਾ ਉਹ ਨਹੀਂ ਜਾਣਿਆ ਜਾ ਸਕਦਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਸਭ ਮੈਂ ਰਿਹਾ ਸਮਾਏ ਜੀਓ। ਤੂੰ ਹਰ ਇੱਕ ਸਰੀਰ ਦੇ ਵਿੱਚ ਹੈ, ਹਰ ਇੱਕ ਆਕਾਰ ਦੇ ਵਿੱਚ ਹੈ, ਔਰ ਬਿਨਾਂ ਫਰਕ ਦੇ। ਪਾਪੀ ਦੇ ਅੰਦਰ ਵੀ ਉਹਦੀ ਜੋਤ ਬਰਾਬਰ ਹੈ, ਪੁੰਨੀ ਦੇ ਅੰਦਰ ਵੀ ਜੋਤ ਉਹਦੀ ਬਰਾਬਰ ਹੈ, ਗੁਰਮੁਖ ਦੇ ਅੰਦਰ ਵੀ ਜੋਤ ਉਹਦੀ ਬਰਾਬਰ ਹੈ, ਮਨਮੁਖ ਦੇ ਅੰਦਰ ਵੀ। ਉਹਨੇ ਕੋਈ ਫਰਕ ਨਹੀਂ ਰੱਖਿਆ। ਹਾਂ, ਜੇ ਕੋਈ ਜੀਵ ਮਾੜੇ ਪਾਸੇ ਚੱਲਦਾ ਹੈ, ਆਪਣਾ ਕੀਤੇ ਮੰਦੇ ਦਾ ਆਪ ਹੀ ਫਲ ਪਾਉਂਦਾ ਹੈ। ਵਾਹਿਗੁਰੂ ਨੇ ਕੋਈ ਫਰਕ ਨਹੀਂ ਰੱਖਿਆ। ਮਹਾਰਾਜ ਕਹਿੰਦੇ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਸਭ ਮੈਂ ਰਿਹਾ ਸਮਾਏ ਜੀ। ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਂ ਕਾ ਅੰਤ ਨਾ ਪਾਇਆ। ਸਾਰਿਆਂ ਦੇ ਹਿਰਦੇ ਦੇ ਅੰਦਰ, ਸਾਰਿਆਂ ਵਿੱਚ ਤੇਰਾ ਵਾਸਾ ਹੈ, ਪਰੇ ਤੋਂ ਪਰੇ ਹੈ, ਪਰਮ ਈਸ਼ਵਰ ਹੈ, ਸਾਰਿਆਂ ਪਰ ਤੇਰਾ ਹੁਕਮ ਚੱਲਦਾ ਹੈ, ਤਾਂ ਕਾ ਅੰਤ ਨਾ ਪਾਇਆ। ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਿਆ। ਤੇ ਸਰੂਪ ਨਾ ਰੇਖ ਦਿਸ਼ਟ ਅਗੋਚਰ ਗੁਰਮੁਖ ਲੱਖ ਲਖਾਇਆ। ਵਾਹਿਗੁਰੂ ਦਾ ਕੋਈ ਰੂਪ ਨਹੀਂ ਹੈ, ਕਿਉਂਕਿ ਕਿਸੇ ਦੀ ਪਛਾਣ ਹੁੰਦੀ ਹੈ ਵੀ ਉਹ ਬੰਦੇ ਦਾ ਰੂਪ ਕਿਵੇਂ ਜਿਹਾ ਹੈ, ਉਹਦਾ ਆਕਾਰ ਕਿਵੇਂ ਜਿਹਾ, ਉਹਦਾ ਕੱਦ ਕਿੰਨਾ ਹੈ, ਉਹਦਾ ਨੈਣ ਨਕਸ਼ ਕਿੱਦਾਂ ਦੇ ਨੇ। ਵਾਹਿਗੁਰੂ ਪਰਮਾਤਮਾ ਬਾਰੇ ਇਹ ਕੁਝ ਵੀ ਨਹੀਂ ਕਿਹਾ ਸਕਦਾ ਵੀ ਉਹਦਾ ਰੂਪ ਕਿਸ ਤਰ੍ਹਾਂ ਦਾ ਹੈ। ਆਪਾਂ ਕੋਈ ਵੀ ਧਰਮ ਵਾਲੇ ਦਾਅਵਾ ਨਹੀਂ ਕਰ ਸਕਦੇ ਵੀ ਰੱਬ ਦਾ ਰੰਗ ਕਾਲਾ ਗੋਰਾ ਜਾਂ ਕਣਕ ਵੰਨਾ ਜਾਂ ਕਿਸੇ ਹੋਰ ਤਰ੍ਹਾਂ ਦਾ ਹੈ। ਵਾਹਿਗੁਰੂ ਪਰਮਾਤਮਾ ਦਾ ਕੋਈ ਆਪਾਂ ਉਹਦਾ ਰੇਖਾ ਵੀ ਨਹੀਂ ਬਿਆਨ ਸਕਦੇ ਵੀ ਉਹਦਾ ਸਰੀਰ ਕਿਸ ਤਰ੍ਹਾਂ ਦਾ ਹੈ, ਆਕਾਰ ਕਿਸ ਤਰ੍ਹਾਂ ਦਾ ਹੈ। ਅਦਿਸ਼ਟ ਸਾਡੇ ਇਹਨਾਂ ਨੇਤਰਾਂ ਦੀ ਪਕੜ ਤੋਂ ਪਰੇ ਹੈ, ਅਗੋਚਰ ਸਾਡੇ ਇੰਦਰੀਆਂ ਦੀ ਪਕੜ ਤੋਂ ਪਰੇ ਹੈ। ਗੁਰਮੁਖ ਅਲੱਖ ਲਖਾਇਆ। ਗੁਰੂ ਦੁਆਰਾ ਜਦੋਂ ਜੀਵ ਗੁਰੂ ਦੀ ਸ਼ਰਨ ਪੈ ਜਾਂਦਾ ਤਾਂ ਗੁਰੂ ਅਲੱਖ ਵਾਹਿਗੁਰੂ ਪਰਮਾਤਮਾ ਦਾ ਗਿਆਨ ਕਰਾ ਦਿੰਦਾ ਹੈ। ਪਰਮਾਤਮਾ ਕੀ ਹੈ ਔਰ ਉਸ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਸਦਾ ਆਨੰਦ ਰਹਿ ਦਿਨ ਰਾਤੀ ਸਹਿਜੇ ਨਾਮ ਸਮਾਏ ਜੀਓ। ਵਾਹਿਗੁਰੂ ਸਦਾ ਆਨੰਦ ਸਰੂਪ ਹੈ, ਉਹ ਸਦਾ ਆਨੰਦ ਸਰੂਪ ਹੈ। ਤੇ ਜਿਹੜਾ ਉਹਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ ਉਹ ਵੀ ਆਨੰਦ ਨਾਲ ਭਰ ਜਾਂਦਾ ਹੈ। ਜਿਹੜਾ ਉਹਦਾ ਨਾਮ ਜਪਦਾ ਹੈ ਸਹਿਜੇ ਸਹਿਜੇ ਉਹਦੇ ਨਾਮ ਦੇ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਤੂੰ ਆਦ ਪੁਰਖ ਪਰੰਪਰ ਕਰਤਾ, ਤੇਰਾ ਪਾਰ ਨਾ ਪਾਇਆ ਜਾਏ ਜੀਓ। ਹੇ ਵਾਹਿਗੁਰੂ ਤੂੰ ਸਾਰਿਆਂ ਦਾ ਆਦ ਹੈ, ਸਾਰਿਆਂ ਦਾ ਮੁੱਢ ਹੈ, ਪੁਰਖ ਸਾਰਿਆਂ ਵਿੱਚ ਪੂਰਨ ਹੈ। ਪੁਰਖ ਦਾ ਅਰਥ ਸੰਪੂਰਨ ਵੀ ਹੈ, ਅਪਰੰਪਰ ਪਰੇ ਤੋਂ ਪਰੇ ਹੈ, ਕਰਤਾ ਸਾਰਿਆਂ ਦਾ ਕਰਤਾ ਹੈ, ਸਾਰਾ ਕੁਝ ਬਣਾਉਣ ਵਾਲਾ ਉਹੀ ਹੈ।
तेरा पार ना पाया जाए जी होए वाहिगुरू, तेरा पारला बन्ना नहीं लभ्या जा सकता। भाव कोई भी जीव वाहिगुरू की किन्नी भी भगती करे, नाम जपे, वो वाहिगुरू का अंत नहीं लै सकता कि वाहिगुरू इथों तक ही है। परमात्मा बेअंत है। सह सच्चे पातशाह धन गुरु रामदास महाराज जी इस तरह सानू वाहिगुरू की वडियाई बयान करते हैं। तो पातशाह जी इस वाहिगुरू के नाम में जुड़न का उपदेश किया है। ऐ जीव नाम जप, पर किते मन में यह ना सोच ली भी वाहिगुरू का मैं अंत लै लवांगा। पातशाह कहते हो वाहिगुरू बेअंत है, परे तो परे है, सारा कुछ रचन वाला है। इस पावन शब्द दियाँ दो पौड़ियाँ की विचार बाकी है। आने वाले समय अंदर जिवें सतगुरु जी कृपा करनगे आपां सांझ पावांगे। सतगुरु जी की अगाध बोध बाणी दियाँ विचारां करदिआं होईयां भुल्लां दी खिमा करनी जी। वाहिगुरू जी का खालसा, वाहिगुरू जी की फतेह।